ਵੈਲਕਮ ਸਟੂਡੈਂਟਸ ਟੂ ਕਾਮਰਸ ਸਟੱਡੀ। ਅੱਜ ਅਸੀਂ ਇਕਨੋਮਿਕਸ ਦੇ ਲੈਕਚਰ ਵਿੱਚ ਡਿਸਕਸ ਕਰਾਂਗੇ ਟਾਈਪਸ ਔਰ ਕਲਾਸੀਫਿਕੇਸ਼ਨ ਆਫ ਮਨੀ ਕਿ ਮਨੀ ਜੋ ਹੈ ਕਿੰਨੇ ਟਾਈਪ ਵਿੱਚ ਡਿਵਾਈਡ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਹੈਗਾ ਫੁੱਲ ਬੋਡੀਡ ਮਨੀ। ਫੁੱਲ ਬੋਡੀਡ ਮਨੀ ਕਿਹਨੂੰ ਕਹਿੰਦੇ ਹੈਗੇ ਆ? ਉਹ ਮਨੀ ਜਿਹਦੀ ਵੈਲਿਊ ਜਿਹੜੀ ਹੈਗੀ ਹੈ ਮਨੀ ਦੇ ਇਕੁਅਲ ਹੈਗੀ ਹੈ, ਵੈਲਿਊ ਜਿਹੜੀ ਹੈਗੀ ਹੈ ਕਮੋਡਿਟੀ ਦੇ ਇਕੁਅਲ ਹੈਗੀ, ਮਤਲਬ ਕਿ ਉਹ ਮਨੀ ਜਿਹੜੇ ਮਨੀ ਦੀ ਵੈਲਿਊ ਇਕੁਅਲ ਟੂ ਵੈਲਿਊ ਆਫ ਕਮੋਡਿਟੀ ਹੈ, ਬਟ ਇਹ ਜਿਹੜਾ ਮਨੀ ਹੈਗਾ ਇਹ ਮੀਡੀਅਮ ਆਫ ਐਕਸਚੇਂਜ ਵਾਸਤੇ ਯੂਜ਼ ਨਹੀਂ ਕੀਤਾ ਜਾਂਦਾ, ਯਾਨੀ ਕਿ ਇਹ ਮਨੀ ਦੇ ਕੇ ਕੋਈ ਵੀ ਤੁਸੀਂ ਗੁੱਡਸ ਐਂਡ ਸਰਵਿਸਿਜ਼ ਨਹੀਂ ਜੋ ਹੈ ਖਰੀਦ ਸਕਦੇ, ਬਟ ਇਹ ਜੋ ਮਨੀ ਜੋ ਹੈ ਤੁਸੀਂ ਸਟੋਰ ਕਰ ਸਕਦੇ ਹੋ, ਫਰਦਰ ਪਰਚੇਜ਼ਿੰਗ ਪਾਵਰ ਵਾਸਤੇ ਇਹਨੂੰ ਸਟੋਰ ਕਰ ਸਕਦੇ ਹੋ, ਇਸ ਕਰਕੇ ਇਹਨੂੰ ਕਮੋਡਿਟੀ ਮਨੀ ਵੀ ਕਹਿੰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਗੋਲਡ ਦਾ ਕੋਆਇਨ ਹੈ ਜਾਂ ਸਿਲਵਰ ਦਾ ਕੋਆਇਨ ਹੈ, ਆਪਾਂ ਮਾਰਕੀਟ ਵਿੱਚ ਜਾ ਕੇ ਗੋਲਡ ਜਾਂ ਸਿਲਵਰ ਦੇ ਕੋਆਇਨ ਤੋਂ ਕੋਈ ਵੀ ਚੀਜ਼ ਜੋ ਆਪਾਂ ਨਹੀਂ ਪਰਚੇਸ ਕਰ ਸਕਦੇ, ਬਟ ਜਿਹੜਾ ਮਤਲਬ ਕਿ ਗੋਲਡ ਐਂਡ ਸਿਲਵਰ ਦਾ ਕੋਆਇਨ ਹੈ ਉਹ ਐਜ਼ ਅ ਵੈਲਿਊ ਆਫ ਗੋਲਡ, ਜੋ ਵੈਲਿਊ ਦੀ ਕੀਮਤ ਗੋਲਡ ਦੀ ਕੀਮਤ ਹੈ, ਅਗਰ ਅਸੀਂ ਗੋਲਡ ਸ਼ੋਪ ਜਾ ਕੇ ਉਹ ਗੋਲਡ ਦਾ ਕੋਆਇਨ ਦਿੰਦੇ ਹਾਂ, ਸਿਲਵਰ ਦਾ ਕੋਆਇਨ ਦਿੰਦੇ ਹਾਂ, ਅਤੇ ਉਹਦੇ ਬਦਲੇ ਸਾਨੂੰ ਮਨੀ ਜ਼ਰੂਰ ਪ੍ਰੋਵਾਈਡ ਹੋਏਗਾ। ਇਸ ਕਰਕੇ ਫੁੱਲ ਬੋਡੀਡ ਮਨੀ ਕਿਹੜਾ ਮਨੀ ਹੁੰਦਾ ਹੈ ਐਂਡ ਕਮੋਡਿਟੀ ਮਨੀ ਕਿਹੜਾ ਮਨੀ ਹੈਗਾ ਕਿ ਜੋ ਕਿਸੇ ਕਮੋਡਿਟੀ ਦੀ ਵੈਲਿਊ ਦੇ ਇਕੁਅਲ ਹੈਗਾ ਹੈ, ਬਟ ਐਕਚੁਅਲੀ ਉਹ ਐਕਸਚੇਂਜ ਪਰਪਸ ਵਾਸਤੇ ਯੂਜ਼ ਨਹੀਂ ਹੁੰਦਾ। ਠੀਕ ਹੈ, ਜਿੱਦਾਂ ਤੁਹਾਨੂੰ ਐਗਜ਼ਾਮਪਲ ਦਿੱਤਾ ਕਿ ਗੋਲਡ ਸਿਲਵਰ ਦਾ ਕੋਆਇਨ ਹੈ, ਉਹ ਆਪਾਂ ਐਕਸਚੇਂਜ ਪਰਪਸ ਵਾਸਤੇ ਯੂਜ਼ ਨਹੀਂ ਕੀਤਾ ਜਾ ਸਕਦਾ, ਬਟ ਅਗਰ ਅਸੀਂ ਇਹੀ ਗੋਲਡ ਦੀ ਸ਼ੋਪ ਵਿੱਚ ਜਾਂਦੇ ਹਾਂ ਅਤੇ ਉਸ ਕੋਆਇਨ ਨੂੰ ਦਿੰਦੇ ਹਾਂ ਅਤੇ ਉਹਦੇ ਬਦਲੇ ਸਾਨੂੰ ਮਨੀ ਪ੍ਰੋਵਾਈਡ ਹੋਏਗਾ ਕਿ ਹੈ ਅਤੇ ਉਹਦੀ ਮਨੀ ਦੀ ਵੈਲਿਊ ਹੀ ਹੈ, ਬਟ ਉਹਨੂੰ ਆਪਾਂ ਐਜ਼ ਅ ਮੀਡੀਅਮ ਆਫ ਐਕਸਚੇਂਜ ਯੂਜ਼ ਨਹੀਂ ਕਰ ਸਕਦੇ। ਹੁਣ ਸੈਕਿੰਡ ਮਨੀ ਹੈ ਰਿਪਰੈਜ਼ੈਂਟੇਟਿਵ ਫੁੱਲ ਬੋਡੀਡ ਮਨੀ। ਹੁਣ ਇਹ ਮਨੀ ਜਿਹੜਾ ਹੈਗਾ ਜਨਰਲ ਪੇਪਰ ਨੋਟ ਵਿੱਚ ਹੁੰਦਾ ਹੈ ਐਂਡ ਕੋਆਇਨ ਜਾਂ ਬੁਲੀਅਨ ਵਿੱਚ ਵੀ ਹੁੰਦਾ ਹੈ, ਐਂਡ ਇਹ ਜਿਹੜੇ ਹੈਗੇ ਹੈ ਇਹ ਜਿਹੜੇ ਨੋਟਸ ਜਿਹੜੇ ਹੈਗੇ ਹੈ ਇਹ ਗੌਰਮੈਂਟ ਦੇ ਦੁਆਰਾ ਜਿਹੜੀ ਹੈਗੀ ਇਸ਼ੂ ਕੀਤੇ ਜਾਂਦੇ ਹੈ, ਔਰ ਵਿਦਾਊਟ ਗੌਰਮੈਂਟ ਅਪਰੂਵਲ ਜਿਹੜੇ ਹੈਗੇ ਨੋਟ ਕੋਈ ਵੀ ਜੋ ਇਸ਼ੂ ਨਹੀਂ ਕਰ ਸਕਦਾ ਬਿਨਾਂ ਉਹਦੇ, ਅਗਰ ਉਹਦੇ 'ਤੇ ਗੌਰਮੈਂਟ ਦੀ ਅਪਰੂਵਲ ਨਾ ਹੋਵੇ ਤਾਂ ਪੀਸ ਆਫ ਪੇਪਰ ਹੈ। ਫੋਰ ਐਗਜ਼ਾਮਪਲ ਇੱਥੇ ਆਪਾਂ ਕਰੰਸੀ ਦੀ ਗੱਲ ਕਰਦੇ ਹਾਂ, ਜਿੱਦਾਂ ਹੁਣ ਆਪਣੇ 500 ਦੇ ਨੋਟ ਹੈ, 1000 ਦੇ ਨੋਟ ਹੈ, 100 ਦੇ ਨੋਟ ਹੈ, ਜਿੰਨੀ ਵੀ ਕਰੰਸੀ ਹੈ ਉਹ ਗੌਰਮੈਂਟ ਦੇ ਦੁਆਰਾ ਇਸ਼ੂ ਕੀਤੀ ਜਾਂਦੀ ਹੈ, ਗੌਰਮੈਂਟ ਦੇ ਦੁਆਰਾ ਪ੍ਰਿੰਟ ਕੀਤੀ ਜਾਂਦੀ ਹੈ, ਔਰ ਅਗਰ ਕੋਈ ਉਹਨੂੰ ਪ੍ਰਿੰਟ ਕਰਦਾ ਤਾਂ ਉਹਨਾਂ ਨੂੰ ਆਪਾਂ ਨਕਲੀ ਨੋਟ ਕਹਿੰਦੇ ਹਾਂ। ਠੀਕ ਹੈ, ਉਹ ਕਿਉਂਕਿ ਗੌਰਮੈਂਟ ਦੀ ਪਰਮਿਸ਼ਨ ਦੇ ਇਲਾਵਾ ਇਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਇਹਨਾਂ ਦੀ ਪ੍ਰਿੰਟਿੰਗ ਜੋ ਹੈ ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਜੋ ਵੀ ਇਹਦੀ ਪ੍ਰਿੰਟਿੰਗ ਕਰਨੀ ਹੈ, ਜੋ ਵੀ ਇਸ਼ੂ ਕਰਨੇ ਹੈ ਗੌਰਮੈਂਟ ਨੇ ਹੀ ਕਰਨੇ ਹੈਗੇ ਹੈ, ਐਂਡ ਇਹਦੇ ਨਾਲ ਜਿਹੜੀਆਂ ਟ੍ਰਾਂਜੈਕਸ਼ਨਸ ਹੈਗੀਆਂ ਗੁੱਡ ਸਰਵਿਸ ਦੀਆਂ ਬਹੁਤ ਈਜ਼ੀ ਹੋ ਜਾਂਦੀਆਂ, ਐਂਡ ਇਹ ਜੋ ਹੈ ਮੀਡੀਅਮ ਆਫ ਐਕਸਚੇਂਜ ਦੀ ਤਰ੍ਹਾਂ ਯੂਜ਼ ਹੁੰਦੇ ਹੈ। ਇਹ ਆਪਣੀ ਕਰੰਸੀ ਕੋਆਇਨਸ ਜਿੱਦਾਂ ਹੁਣ 10 ਦਾ ਕੋਆਇਨ, 20 ਦਾ ਕੋਆਇਨ, ਇਹ ਜਿਹੜੇ ਵੀ ਮਨੀ ਇਨ ਮਨੀ ਫੋਰਮ ਵੈਲਿਊ 'ਚ ਹੈਗੀ ਹੈ, ਠੀਕ ਹੈ, ਉਹਨਾਂ ਨੂੰ ਕਹਿੰਦੇ ਰਿਪਰੈਜ਼ੈਂਟੇਟਿਵ ਫੁੱਲ ਬੋਡੀ ਮਨੀ। ਹੁਣ ਕ੍ਰੈਡਿਟ ਮਨੀ ਕੀ ਹੈਗਾ? ਇਹ ਚੈੱਕ, ਡਰਾਫਟ, ਇਹ ਹੈਗੇ ਹੈ ਕਿ ਜਿਹੜੇ ਮਤਲਬ ਕਿ ਐਕਚੁਅਲ ਮਨੀ ਫੋਰਮ ਦੇ ਵਿੱਚ ਨਹੀਂ ਹੈ, ਬਟ ਨੀਅਰ ਅਬਾਊਟ ਦਾ ਮਨੀ ਹੈਗਾ, ਜਿਹੜਾ ਮਨੀ ਦੀ ਜਗ੍ਹਾ ਆਪਾਂ ਜਿਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਬਟ ਇਹਨਾਂ ਵਾਸਤੇ ਜੋ ਹੈ ਸਾਨੂੰ ਅਸੈਪਟੇਬਿਲਿਟੀ ਦੀ ਲੋੜ ਹੁੰਦੀ ਹੈ। ਹੁਣ ਅਗਰ ਕਿਸੇ ਨੂੰ ਚੈੱਕ ਦੇਣਾ ਹੈ, ਡਰਾਫਟ ਦੇਣਾ ਹੈ, ਅਗਰ ਉਹ ਚੈੱਕ ਜਾਂ ਡਰਾਫਟ ਨੂੰ ਅਸੈਪਟ ਕਰਦਾ ਹੈ ਤਾਂ ਹੀ ਅਸੀਂ ਉਹਨੂੰ ਦੇ ਸਕਦੇ ਹਾਂ, ਔਰ ਹੋ ਸਕਦਾ A ਪਰਸਨ B ਪਰਸਨ ਨੂੰ ਚੈੱਕ ਦੇ ਰਾਹੀਂ ਪੇਮੈਂਟ ਕਰਨਾ ਜਾ ਰਿਹਾ, ਪਰ B ਕਹੇਗਾ ਕਿ ਨਹੀਂ ਮੈਨੂੰ ਕੈਸ਼ ਚਾਹੀਦਾ ਹੈ, ਉਹ ਇਹਨੂੰ ਨੋਨ ਅਸੈਪਟ ਵੀ ਕਰ ਸਕਦਾ ਹੈ। ਪਰ ਜਿਹੜਾ ਆਪਣਾ ਕਰੰਸੀ ਹੈ, ਰਿਪਰੈਜ਼ੈਂਟੇਟਿਵ ਮਨੀ ਹੈ, ਇਹ ਅਸੈਪਟੈਂਸ ਕਰਨੀ ਹੀ ਪਏਗੀ। ਅਗਰ ਕੋਈ ਚੀਜ਼ ਖਰੀਦ ਰਹੇ ਹਾਂ ਔਰ ਉਹ ਕਰੰਸੀ ਸਹੀ ਹੈ ਅਤੇ ਆਪਾਂ ਇਹਨੂੰ ਰਿਜੈਕਟ ਨਹੀਂ ਕਰ ਸਕਦੇ, ਬਟ ਕ੍ਰੈਡਿਟ ਮਨੀ ਜਿਹੜੀ ਹੈਗੀ ਹੈ ਇਹ ਰਿਜੈਕਟ ਵੀ ਕੀਤੀ ਜਾ ਸਕਦੀ ਹੈ, ਬਟ ਇਹ ਹੁੰਦੀ ਕਿਹੜੀ ਹੈ? ਇਹ ਨੀਅਰ ਅਬਾਊਟ ਮਨੀ ਹੈ, ਚੈੱਕ ਹੈ, ਡਰਾਫਟ ਹੈ, ਇਹਨੂੰ ਜਲਦੀ ਦੇ ਨਾਲ ਇਹ ਮਨੀ ਦੇ ਵਿੱਚ ਕਨਵਰਟ ਹੋ ਜਾਂਦੇ ਹੈ। ਹੁਣ ਨੈਕਸਟ ਹੈਗਾ ਲੀਗਲ ਟੈਂਡਰ ਮਨੀ। ਲੀਗਲ ਟੈਂਡਰ ਮਨੀ ਕੀ ਹੈ? ਇਹਦੀ ਅਸੈਪਟੇਬਿਲਿਟੀ ਡਿਪੈਂਡ ਹੁੰਦੀ ਹੈ ਲਾਅ ਦੇ ਆਰਡਰ ਦੇ ਅਕੋਰਡਿੰਗ, ਜਿਹੜੀ ਇਹਦੀ ਅਸੈਪਟੇਬਿਲਿਟੀ ਡਿਪੈਂਡ ਹੁੰਦੀ ਹੈ, ਐਂਡ ਇਹ ਮੀਨਸ ਆਫ ਦਾ ਪੇਮੈਂਟ ਹੈਗਾ, ਇਹਨੂੰ ਕੋਈ ਵੀ ਜਿਹੜਾ ਹੈਗਾ ਹੈ ਰਿਫਿਊਜ਼ ਨਹੀਂ ਕਰ ਸਕਦਾ। ਫੋਰ ਐਗਜ਼ਾਮਪਲ ਕਰੰਸੀ ਨੋਟ ਅਤੇ ਕੋਆਇਨਸ, ਠੀਕ ਹੈ, ਕਰੰਸੀ ਨੋਟ ਅਤੇ ਕੋਆਇਨ ਜਿਹੜੇ ਹੈਗੇ ਆ ਉਹਨੂੰ ਲੀਗਲ ਟੈਂਡਰ ਮਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਪਸ਼ਨਲ ਮਨੀ ਕਿਹੜਾ ਹੁੰਦਾ ਹੈ? ਜਿਹੜਾ ਕਿ ਲੋਕਾਂ ਦੇ ਦੁਆਰਾ ਐਜ਼ ਅ ਪੇਮੈਂਟ ਦੇ ਤੌਰ 'ਤੇ ਯੂਜ਼ ਕੀਤਾ ਜਾ ਸਕਦਾ ਹੈ, ਜਿੱਦਾਂ ਚੈੱਕ, ਬਿੱਲ ਆਫ ਐਕਸਚੇਂਜ, ਠੀਕ ਹੈ, ਇਹਨੂੰ ਕਹਿੰਦੇ ਆਪਸ਼ਨਲ ਮਨੀ। ਹੁਣ ਮਤਲਬ ਕਿ ਕੀ ਹੈ ਕਿ ਅਗਰ ਕੈਸ਼ ਮਨੀ ਨਾ ਯੂਜ਼ ਕਰਕੇ ਉਹਦੇ ਇਲਾਵਾ ਜਿਹੜਾ ਮਨੀ ਯੂਜ਼ ਕਰ ਸਕਦੇ ਹਾਂ, ਚੈੱਕ, ਬਿੱਲ ਆਫ ਐਕਸਚੇਂਜ, ਇਹ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਅੱਗੇ ਹੈਗਾ ਫੇਂਟ ਮਨੀ ਕਿਹੜਾ ਹੁੰਦਾ? ਫੇਂਟ ਮਨੀ ਜਿਹੜਾ ਰਿਜੈਕਟ ਹੀ ਨਹੀਂ ਹੋ ਸਕਦਾ ਅਸੈਪਟ ਕਰਨ 'ਤੇ। ਹੁਣ ਇਹਦੇ ਵਿੱਚ ਵੀ ਕਰੰਸੀ ਨੋਟ ਜੋ ਕਿ ਗੌਰਮੈਂਟ ਦੇ ਦੁਆਰਾ ਇਸ਼ੂ ਕੀਤੇ ਜਾਂਦੇ ਆ ਉਹਨੂੰ ਕਹਿੰਦੇ ਫੇਂਟ ਮਨੀ। ਹੁਣ ਕੁਆਲਿਟੀਜ਼ ਆਫ ਗੁੱਡ ਮਨੀ ਦੇ ਵਿੱਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ? ਨੈਕਸਟ ਟੋਪਿਕ ਹੈਗਾ ਕੁਆਲਿਟੀਜ਼ ਆਫ ਗੁੱਡ ਮਨੀ। ਹੁਣ ਗੁੱਡ ਮਨੀ ਦੇ ਵਿੱਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ? ਫਸਟ ਆਫ ਆਲ ਇਹਦੇ ਵਿੱਚ ਜਰਨਲ ਅਸੈਪਟੇਬਿਲਿਟੀ, ਕਿ ਜਿਹੜਾ ਗੁੱਡ ਮਨੀ ਜਿਹੜਾ ਹੈਗਾ ਹੈ ਉਹ ਗੌਰਮੈਂਟ ਦੇ ਦੁਆਰਾ ਇਸ਼ੂਡ ਹੁੰਦਾ ਹੈ, ਗੌਰਮੈਂਟ ਦੇ ਦੁਆਰਾ ਪ੍ਰਿੰਟਡ ਹੁੰਦਾ ਹੈ, ਐਂਡ
एवरीबडी हैज़ टू असैप्ट इट, हर एक परसन को असैप्ट करना पैंदा है। कोई भी परसन जो उन्होंने रिजैक्ट नहीं कर सकता। जिदा हुण मान लो 500 का नोट है, गवर्नमेंट के द्वारा इशू किया गया है एंड असी 400 की चीज़ खरीदी है एंड अगर असी उन्होंने सैलर नूं वो 500 का नोट पे करते हैं तो वो उन्होंने रिजैक्ट नहीं कर सकता, उन्होंने असैप्ट करेगा और उसका जो चेंज है वो सानू रिटर्न करेगा। ठीक है, जनरल असैप्टेबिलिटी कि आप जिस भी कंट्री दे विच करंसी चल रही है उत्ते जे रह रहे हैं एंड उत्ते यूज़ कर रहे हैं। फॉर एग्जाम्पल अपनी करंसी की गल करते हैं, रुपीज़ की गल करते हैं। हुण रुपीज़ जिहड़े हैगे अपने नोट्स जिहड़े हैगे आप ओवरऑल इंडिया किते भी जाके जिहड़े हैगे वो नोट्स जिहड़े है चला सकते हैं, करंसी चला सकते हैं एंड हर कोई जो है एवरीबडी हैज़ टू असैप्ट इट, हर कोई उन्होंने असैप्ट करेगा, कोई भी उस मनी नूं जो है रिजैक्ट नहीं करेगा। ड्यूरेबिलिटी हुण मतलब कि है हुण जिहड़ी साडी करंसी है उहदी ड्यूरेबिलिटी भी होनी चाहिए। ये नहीं कि जिहड़े करंसी नोट है अज ही खराब हो गए, अज इदां नहीं है, क्योंकि इन्हों आपां जो है लॉन्ग रन वास्ते स्टोर करके रखना हुंदा है। पैसे जिहड़े लॉन्ग रन वास्ते स्टोर करके रखने होंदे, इस करके इहो जिहा पेपर यूज़ होना चाहिए, इहो जी प्रिंटिंग होनी चाहिए है कि जिहदे नाल ये लॉन्ग रन लई जिहड़ी हैगी करंसी साडी जो है चल पवे। आगे क्या डिविजिबिलिटी की जिहड़ी करंसी जिहड़ी हैगी है वो स्मॉल पार्ट विच डिवाइड की जाती है, जिदा 10 रुपीज़ 20 रुपीज़ 50 रुपीज़ 100 रुपीज़, मतलब कि वड्डे वड्डे ही नोट ना होन, जिदा 1000 2000 इदा वड्डे वड्डे ही नोट ना होन, वो स्मॉल पार्ट्स भी होने चाहिए। क्योंकि कई बार अपन स्मॉल अमाउंट विच भी पेमेंट करनी पैंदी है, जो वो स्मॉल पार्ट्स भी हो गए, स्मॉल कॉइनस हो गए, स्मॉल छोटा नोट होएगा, छोटे मतलब कि कॉइनस हो गए तो आप उहदे नाल पेमेंट कर सकते हो एंड वड्डे नोट जो है सानू तोड़ाउण दी लोड़ नहीं पेगी। इस करके मतलब कि जिहड़े हैगे ये डिवाइड भी होने चाहिए। पोर्टेबिलिटी, पोर्टेबिलिटी मतलब कि एक जगह तो दूसरी जगह बहुत ईजली जो ये ट्रांसफ़र होने चाहिए कि जी गुड मनी है ये एक परसन तो दूसरे परसन तक बहुत ईजली जी ट्रांसफर की है। ये एक्सचेंज ऑफ गुड्स एंड जी गुड्स की एक्सचेंज है वो पॉसीबल होनी चाहिए है। अगे की स्टेबिलिटी ऑफ द वैल्यू, हुण ये वैल्यू की है स्टेबिलिटी होनी चाहिए। जिदा हुण रुपीज़ 500 का नोट है, ठीक है, एंड वो नोट जोड़ा है तुहाडे कोल हैगा, ठीक है, चाहे तुसी उन्होंने अज यूज़ कर लो, चाहे उन्होंने तुसी जो है साल बाद यूज़ कर लो, उस नोट की अगर 500 जोड़ा है इंकड है तो यानी कि वो वैल्यू 500 ही रहेगी। उस नोट की वैल्यू जो है वधेगी या घटेगी नहीं, वो 5 नोट की वैल्यू जो लिखा उस पर उही वैल्यू वो होनी चाहिए। यानी कि जेड़ा जी हैगी करंसी हैगी है गुड मनी जोड़ा है वो वैल्यू भी स्टेबल रही है। अगे की होमोजीनियस, होमोजीनियस मतलब सेम, हुण तुसीं 500 के नोट लवो सारे की है सेम है, ये नहीं कि कोई साइज़ है वड्डा है छोटा है या कि कोई ग्रीन कलर का है कोई पिंक कलर का, जिन्ने भी 500 के नोट है सारे इक्वली जोड़े है साइज़ के है, सारे जोड़े है ग्रीन कलर के है सेम है। यानी कि जोड़े जोड़े है नोट है वो सेम तरीके के होने चाहिए, यानी कि सेम अमाउंट ऑफ द नोट इज़ इन द सेम कलर सेम साइज सेम शेप। ठीक है, हम 2000 तो देखो अलग गया बट 500 का अलग है, मतलब कि एक आइडेंटिफिकेशन वास्ते इस तरीके नाल किया। बट 500 के जिन्ने नोट है वो सारे सेम है, 2000 के जिन्ने नोट है सारे सेम है। इस तरीके के होमोजीनियस होने चाहिए, सेम होने चाहिए। अगे की कॉग्निजिबिलिटी, कॉग्निजिबिलिटी मतलब कि ये जोड़े नोट्स है ईजिली जोड़े रिकोगनाइज होने चाहिए एंड ये मीडियम ऑफ एक्सचेंज है ये जल्दी के नाल साडी पहचान दे विच भी आने चाहिए। जिदा हुण आपां कलर देख के पहचान लेंगे कि ग्रीन कलर का नोट 500 का, पिंक कलर का नोट जोड़ा है, पर्पल से कलर का नोट जोड़ा है और 2000 का है। ठीक है, जिदा कलर तो ही जो है ईजिली पहचान हो जाते, रिकोगनाइज हो जाते। इस तरीके के नाल नोट जोड़े है ईजिली रिकोगनाइज होने वाले भी होने चाहिए। कन्वर्टेबिलिटी कि मनी वो जोड़ा है वधिया है जो जिन्हों आप कन्वर्ट कर सकते हैं। हुण मतलब कि जिदा हुण कैश अमाउंट जी है आप गोल्ड के सिल्वर के किसी भी मैटल में आप कन्वर्ट कर सकते हैं। अगर वो कन्वर्ट हो सकता है तो वो गुड क्वालिटीज़ वो मनी है। ठीक है, यानी कि गुड क्वालिटीज़ की हो गया कि जनरल एक्सेप्टेबल हो, ड्यूरेबिलिटी हो, डिविजिबिलिटी हो, पोर्टेबल हो, पोर्टेबल मतलब एक्सचेंज ट्रांसफर कर सके, स्टेबिलिटी हो, होमोजीनियस हो, कॉन्जिबिलिटी हो, कन्वर्टिबिलिटी हो। ये सारी क्वालिटीज़ अगर सानू करंसी विच मिलूगी तो साडी जी गुड मनी है। अगर ये कोई भी जी है क्वालिटी मिसिंग है तो साडी जी मनी है गुड मनी नहीं हैगी। ठीक है, थैंक यू स्टूडेंट्स फॉर वॉचिंग दिस वीडियो।